वर्जीनिया दी कैपिटल है रिचमंड। बहुत सारिया पोजीशनां होंदियां ने इत्थे बोर्डां दे विच, कई हैगे ने। पहले गवर्नर टिम केन दे नाल तुहाडे सारी कम्यूनिटी दे इत्थों वालियां दे, रिचमंड वालियां दे बड़े चंगे संबंध रहे ने। उस तो बाद ਜਿਹੜੇ गवर्नर रहे ने उन्हां नाल भी, ते हुण ਜਿਹੜੇ नवें चुने गए डॉक्टर रालोफ ने उन्हां दे नाल भी बड़े चंगे संबंध ने। कोई अपने इस एरिए दे विचों कोई नॉमीनेशनस वगैरह हो रही ने या होईयां ने? So Dr. Ralph Northam ਦਾ ਅਸੀਂ ਕਾਫੀ strongly support ਕੀਤੀ, even though we are independent, we will go for a person who will be a right person for the Commonwealth of Virginia. So Dr. Northam, he's a very nice person. He's a doctor, and very interestingly ਆਪਣੇ ਇੱਕ ਪੰਜਾਬੀ ਡਾਕਟਰ ਹੈ ਡਾਕਟਰ ਸਵਿੰਦਰ ਤੂਰ, ਉਹਨਾਂ ਦੇ ਹੀ ਇਜ਼ ਅ ਨਿਊਰੋਲੋਜਿਸਟ, ਉਹਨਾਂ ਦੇ ਇਹ 20-25 ਸਾਲ ਤੋਂ ਪਾਰਟਨਰ ਨੇ। ਅਤੇ ਉੱਥੇ ਹੀ ਡਾਕਟਰ ਨੌਰਥਮ ਪੀਡੀਆਟ੍ਰਿਕ ਨਿਊਰੋਲੋਜਿਸਟ ਹੈ, ਕਾਫੀ ਦੇਰ ਤੋਂ ਨਿਊਰੋਲੋਜੀ ਪ੍ਰੈਕਟਿਸ ਕਰ ਰਹੇ ਨੇ। ਸੋ ਇਹਨਾਂ ਨੂੰ ਪੰਜਾਬ ਬਾਰੇ ਕਾਫੀ ਕੁਛ ਪਤਾ ਹੈ। ਡਾਕਟਰ ਸਤੂਰ ਨੇ ਇਹਨਾਂ ਨੂੰ ਬੜਾ ਐਜੂਕੇਟ ਕੀਤਾ ਕਿ ਪੰਜਾਬੀਅਤ ਕੀ ਹੈ, ਸਾਡੀਆਂ ਵੈਲਿਊਜ਼ ਕੀ ਹੈ। ਅਸੀਂ ਫਿਰ ਇਹਨਾਂ ਦੀ ਬੜੀ ਸਟਰੋਂਗਲੀ ਸਪੋਰਟ ਕੀਤੀ ਵਿਦਆਊਟ ਈਵਨ ਆਸਕਿੰਗ ਫॉर ਇਟ। ਇਹਨਾਂ ਨੇ ਆਪਣੇ ਪੁਰਾਣੇ ਡਾਕਟਰ ਸਾਹਿਬ ਜਿਹੜੇ ਆਏ ਹੋਏ ਡਾਕਟਰ ਬਲਜੀਤ ਸਿੱਧੂ ਜੋ ਆਰਥੋਪੀਡਿਕਸ ਦੇ ਨੇ, ਅਤੇ ਮੈਨੂੰ ਆਪਣੀ ਜਿਹੜੀ ਪੋਲਿਸੀ ਹੈ, ਜਿਹੜੀ ਕਾਊਂਸਲ ਹੈ, ਕਾਊਂਸਲ ਫॉर ਪੋਲਿਸੀ ਔਨ ਹੈਲਥ ਐਂਡ ਹਿਊਮਨ ਰਿਸੋਰਸਿਸ, ਉਹਦੇ ਵਿੱਚ ਐਡਵਾਈਜ਼ਰ ਸਾਨੂੰ ਰੱਖਿਆ ਇਹਨਾਂ ਨੇ। ਬਹੁਤ ਬਹੁਤ ਮੁਬਾਰਕਾਂ ਡਾਕਟਰ ਸਾਹਿਬ ਤੁਹਾਨੂੰ, ਤੁਸੀਂ ਤਾਂ ਬੜੀ ਚੰਗੀ ਨਿਊਜ਼ ਸਾਡੇ ਦਰਸ਼ਕਾਂ ਲਈ ਦਿੱਤੀ ਹੈ। ਬਹੁਤ ਮੁਬਾਰਕਾਂ ਤੁਹਾਨੂੰ। ਥੈਂਕ ਯੂ ਜੀ। ਪਰ ਸਭ ਤੋਂ ਵੱਡਾ ਇਹ ਹੈ ਕਿ ਜਿਹੜੀ ਜ਼ਿੰਮੇਵਾਰੀ ਦਿੱਤੀ ਉਹਨਾਂ ਨੇ, ਵੀ ਵਾਂਟ ਕਿ ਇਹ ਕਈ ਅਸੀਂ ਆਪਦੀ ਕਲਗੀ ਨਾ ਲਾ ਕੇ ਤੁਰੇ ਫਿਰੀਏ। ਇੰਪੋਰਟੈਂਟ ਇਹ ਹੈ ਕਿ ਸਾਰੀ ਕਮਿਊਨਿਟੀ ਦੀ ਪਛਾਣ ਹੋਵੇ ਇਹਦੇ ਨਾਲ। ਵੀ ਟਰਾਈ ਟੂ ਡੂ ਦ ਬੈਸਟ ਵੀ ਕੈਨ ਇਨ ਆਵਰ ਕੈਪੇਬਿਲਿਟੀਜ਼, ਤਾਂ ਕਿ ਇਹ ਵੀ ਅੱਗੇ ਤੋਂ ਸੋਚਣ ਕਿ ਹਾਂ ਭਾਈ ਅਸੀਂ ਇਕੱਲੇ ਦੋ ਨਹੀਂ, ਹੋਰ ਬੰਦਿਆਂ ਨੂੰ ਵਿੱਚ ਇਨਵੋਲਵ ਕਰਨਾ ਹੈ। ਐਂਡ ਵੀ ਵਿਲ ਸਰਟਨਲੀ ਬੀ ਟਰਾਈਂਗ। ਆਪਣੇ ਕਾਫੀ ਹੋਰ ਏਬਲ ਯੰਗ ਡਾਕਟਰ ਹੈਗੇ ਹੈ ਜਿਹੜੇ ਕਿ ਪੂਰੇ ਕੇਸਧਾਰੀ ਹੈ, ਆਪਣੇ ਪੂਰੇ ਗੁਰਸਿੱਖ ਹੈ, ਸਾਬਤ ਸੂਰਤ ਸਿੱਖ ਹੈ, ਅਤੇ ਤਾਂ ਕਿ ਉਹਨਾਂ ਨੂੰ ਵੀ ਨਾਲ ਇਨਵੋਲਵ ਕਰਕੇ ਅਤੇ ਆਪਣੀ ਸਟਰੈਂਥ ਸ਼ੋਅ ਕਰੀਏ, ਰਾਦਰ ਦੈਨ ਅਸੀਂ ਹੇਲੋ ਬਣਾ ਕੇ ਬਹਿ ਜਾਈਏ ਆਸੇ ਪਾਸੇ ਆਪਣੇ ਕਿ ਇਹ ਸਾਨੂੰ ਮਿਲ ਗਿਆ ਜੀ, ਹੁਣ ਅਸੀਂ ਚੌਧਰੀ ਬਣ ਗਏ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਡਾਕਟਰ ਸਾਹਿਬ ਦੀ ਗੱਲਬਾਤ ਤੋਂ, ਜਿਵੇਂ ਗੱਲਾਂ ਦੇ ਵਿੱਚ ਉਹਨਾਂ ਦੱਸਿਆ ਕਿ ਉਹਨਾਂ ਨੂੰ ਐਡਵਾਈਜ਼ਰੀ ਬੋਰਡ ਦੇ ਵਿੱਚ ਲਿਆ ਗਿਆ ਆ ਉਹਨਾਂ ਦੇ ਪ੍ਰੋਫੈਸ਼ਨ ਦੇ ਅਕੋਰਡਿੰਗਲੀ। ਪਰ ਨਾਲ ਹੀ ਇੰਪੋਰਟੈਂਟ ਗੱਲ ਜਿਹੜੀ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡਾ ਪੰਜਾਬੀਆਂ ਦਾ, ਖਾਸ ਕਰਕੇ ਸਿੱਖਾਂ ਦਾ ਉਹ ਹਾਲ ਆ ਕਿ ਟ੍ਰੇਨ ਦੇ ਵਿੱਚ ਆਪ ਚੜ੍ਹ ਕੇ ਮੁੜ ਕੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸੀਟਾਂ ਫੁੱਲ ਨੇ। ਪਰ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਉਹ ਕੋਸ਼ਿਸ਼ ਕਰਨਗੇ ਕਿ ਆਪਣੇ ਬਰਥ ਦੇ ਉੱਪਰ ਹੋਰ ਜਿਹੜੇ ਵੱਧ ਤੋਂ ਵੱਧ ਲੋਕਾਂ ਨੂੰ ਲਿਆ ਸਕਦੇ ਨੇ ਉਹਨਾਂ ਨੂੰ ਲੈ ਕੇ ਆਉਣ। ਡਾਕਟਰ ਸਾਹਿਬ, ਇਹਦੇ 'ਚ ਤੁਹਾਡੀਆਂ ਜ਼ਿੰਮੇਵਾਰੀਆਂ ਕੀ ਹੋਣਗੀਆਂ ਔਰ ਤੁਸੀਂ ਕਿਵੇਂ ਸਮਝਦੇ ਹੋ ਕਿ ਹੋਰ ਜਿਹੜੀਆਂ ਅੱਗੇ ਇਸ ਤਰ੍ਹਾਂ ਦੀਆਂ ਪੋਜੀਸ਼ਨਸ ਨੇ ਉਹਨਾਂ ਨੂੰ, ਉਹਨਾਂ ਦੇ ਵਿੱਚ ਨੋਮੀਨੇਸ਼ਨਸ ਕਰਵਾਉਣ ਲਈ ਕਮਿਊਨਿਟੀ ਨੂੰ ਕੀ ਐਕਟੀਵਿਟੀਜ਼ ਕਰਨੀਆਂ ਚਾਹੀਦੀਆਂ ਨੇ? ਉਹਦੇ ਵਿੱਚ ਇਸ ਤਰ੍ਹਾਂ ਜੀ ਕਿ ਸਭ ਤੁਹਾਡਾ ਰੋਲ ਪਹਿਲਾਂ ਕੀ ਹੋਣਾ ਆ ਇਹਦੇ 'ਚ? ਸਾਡਾ ਰੋਲ ਇਹ ਹੋਊਗਾ ਜੀ ਕਿ ਅਸੀਂ ਵੀ ਵਿਲ ਮੇਨਲੀ ਬੀ ਐਡਵਾਈਜ਼ਰਸ। ਉਹਦੇ ਵਿੱਚ ਇਹਨਾਂ ਨੇ 5 ਮੁੱਦੇ ਰੱਖੇ ਹੈ। ਮੇਨਲੀ ਦ ਫਸਟ ਐਂਡ ਬਿਗੇਸਟ ਵਨ ਇਜ਼ ਐਕਸਪੈਂਸ਼ਨ ਆਫ ਕਵਰੇਜ। ਸਾਰਿਆਂ ਨੂੰ ਕਵਰੇਜ ਕਿਵੇਂ ਪ੍ਰੋਵਾਈਡ ਕਰਨੀ ਹੈ। ਸੋ ਵਿਲ ਬੀ ਵਰਕਿੰਗ ਵਿਦ ਡਿਫਰੈਂਟ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ, ਹੈਲਥ ਕੇਅਰ ਆਰਗੇਨਾਈਜੇਸ਼ਨਸ, ਇੰਸ਼ੋਰੈਂਸ ਕੰਪਨੀਜ਼, ਕਿ ਕਿਸ ਤਰ੍ਹਾਂ ਤੁਸੀਂ ਸਪੋਰਟ ਕਰ ਸਕਦੇ ਹੋ। ਲੋਟ ਆਫ ਫਿਲੈਂਥਰੋਪਿਕ ਆਰਗੇਨਾਈਜੇਸ਼ਨਸ, ਨਾਨ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀਆਂ ਸਾਰੀਆਂ, ਉਹ ਕਿਵੇਂ ਸਪੋਰਟ ਕਰ ਸਕਦੀਆਂ ਸੋ ਦੈਟ ਵੀ ਕੈਨ ਐਕਸਪੈਂਡ ਦ ਮੈਡੀਕੇਡ। ਦੂਸਰਾ ਜਿਹੜਾ ਰੋਲ ਹੈਗਾ ਉਹਦੇ ਵਿੱਚ ਇਹਨਾਂ ਨੇ ਜਿਹੜਾ ਕਿ ਵਿਚ ਇਜ਼ ਵੈਰੀ ਕਲੋਜ਼ ਟੂ ਮਾਈ ਹਾਰਟ ਇਜ਼ ਇਨੋਵੇਸ਼ਨ ਇਨ ਡੇਟਾ ਐਂਡ ਮੈਡੀਕਲ ਫੀਲਡਸ। ਸੋ ਦੇਖਿਆ ਜਾਵੇ ਵਰਜੀਨੀਆ ਦੇ ਵਿੱਚ ਕੋਈ ਵੀ ਇੱਕ ਇਹੋ ਜਿਹੀ ਇੰਡਸਟਰੀ ਹੈ ਨਹੀਂ ਜਿਹੜੀ ਕਿ ਹੈਲਥ ਕੇਅਰ ਰਿਲੇਟਡ ਹੋਵੇ। ਕੋਈ ਫਾਰਮਾਸਿਊਟੀਕਲ ਇੰਡਸਟਰੀ, ਕੋਈ ਡਿਵਾਈਸ ਮੈਨੂਫੈਕਚਰਿੰਗ ਇੰਡਸਟਰੀ ਨਹੀਂ। ਸੋ ਮੈਂ 2 ਕੰਪਨੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਫਿਰ ਰੀਚ ਆਊਟ ਕੀਤਾ ਐਂਡ ਆਈ ਟਾਕ ਟੂ ਦ ਹੈਲਥ ਐਂਡ ਹਿਊਮਨ ਸੈਕਟਰੀ ਜਿਹੜੇ ਉਹ ਵੀ ਕਾਰਡੀਓਲੋਜਿਸਟ ਹੈ। ਸੋ ਆਈ ਮੈਂਸ਼ਨ ਦੈਟ ਵਿਲ ਬੀ ਟਰਾਈਂਗ ਟੂ ਗੈਟ those people, so we'll be working as a liaison so that ਉਹਨਾਂ ਨੂੰ ਅਸੀਂ ਇਹ ਇਨਫੋਰਮੇਸ਼ਨ ਦੇ ਸਕੀਏ ਕਿ ਕੀ ਕਰ ਸਕਦੇ ਹਾਂ ਅਸੀਂ। ਕਈ ਸਟੇਟਸ ਜਿਵੇਂ ਕਿ ਇੰਡੀਆਨਾ ਦੇ ਵਿੱਚ ਕਾਫੀ ਵੱਡੀਆਂ ਡਿਵਾਈਸ ਕੰਪਨੀਜ਼ ਹੈਗੀਆਂ। ਇੰਡੀਆਨਾ ਸਟੇਟ ਉਹਨਾਂ ਨੂੰ ਇਨਸੈਂਟੀਵਾਈਜ਼ ਕਰਦੀ ਹੈ ਵੈਰੀ ਲੋ ਟੈਕਸਿਸ, ਐਂਡ ਨਾਲ ਟੈਕਸਿਸ ਦੇ ਬਾਵਜੂਦ ਉਹ ਨਾਲ ਉਹਨਾਂ ਨੂੰ ਜਿਹੜੀਆਂ ਵੇਜਸ ਹੈ ਉਹਨਾਂ ਦੀਆਂ ਵੇਜਸ ਐਮਪਲੋਈਜ਼ ਦੀਆਂ ਲੋ ਹੈ। ਦੈਟ ਡਜ਼ਨਟ ਮੀਨ ਕਿ ਆਪਾਂ ਇੰਪਲੋਈਜ਼ ਨੂੰ ਲੋ ਵੇਜਸ ਪੇ ਕਰਨੀਆਂ। ਕੁਛ ਜਿਹੜੀਆਂ ਕੰਪਨੀਜ਼ ਪੇ ਕਰਦੀਆਂ, ਸਟੇਟ ਸਪੋਰਟਸ ਦੈਟ। ਸੋ ਵੇਜਸ ਤਾਂ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਉਨੀਆਂ ਹੀ ਜਾਂਦੀਆਂ, ਬਟ ਸਟੇਟ ਉਹ ਸਬਸਿਡਾਈਜ਼ ਕਰਕੇ ਜਿਹੜੀਆਂ ਕੰਪਨੀਜ਼ ਨੂੰ ਆਪਣੇ ਕੋਲ ਖਿੱਚਦੀ ਹੈ। ਸੋ ਸਾਡਾ ਇਹ ਰੋਲ ਹੋਊਗਾ ਕਿ ਉਹਨਾਂ ਨੂੰ ਵੀ ਖਿੱਚ ਕੇ ਲੈ ਕੇ ਜਾਵੇ। ਸੋ ਦੈਨ
एक होर मुद्दा जिहड़ा कि विच इज़ वेरी वेरी इंपॉर्टेंट ते आपां बैक होम अपने घर पुराने पंजाब दे विच सफ़र कर रहे हैं, दैट इज़ द सबसटेंस अब्यूज़ प्रॉब्लम. Substance abuse problem in United States is at a alarming pace at this time. ਜਿਹੜੇ opiates ਦੇ addiction ਹੈਗੀ ਹੈ, prescription drug abuse ਹੈ, it is very very unfortunate ਕਿੱਥੇ ਅਸੀਂ ਪਹੁੰਚ ਗਏ ਹਾਂ. and ਕਈ patients ਤੁਸੀਂ ਦੇਖਦੇ ਹੋ ਜਿਨ੍ਹਾਂ ਦੇ ਨਾਲ ਤੁਸੀਂ ਇੰਨੀ ਦੇਰ ਤੋਂ ਤੁਸੀਂ ਉਹਨਾਂ ਨੂੰ ਟਰੀਟ ਕਰ ਰਹੇ ਹੋ, ਇਹਨਾਂ ਦੀਆਂ ਕੰਡੀਸ਼ਨਸ ਵੀ ਉਹਨਾਂ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਸੀਰੀਅਸ ਕੰਡੀਸ਼ਨ ਨਹੀਂ ਹੁੰਦੀਆਂ, ਬਟ ਬੀਇੰਗ ਐਡਿਕਟਿਡ ਟੂ ਪੇਨ ਮੈਡੀਕੇਸ਼ਨਸ ਤੁਸੀਂ ਨਿਊਜ਼ ਪੜ੍ਹਦੇ ਹੋ ਕਿ ਜਾਂ ਤੁਹਾਨੂੰ ਮੈਸੇਜ ਮਿਲਦਾ ਕਿ ਉਹ ਤਾਂ ਜੀ ਓਵਰਡੋਜ਼ ਦੇ ਨਾਲ ਚਲੇ ਗਏ. So that is one of the biggest areas. So ਆਪਣੇ ਗਵਰਨਰ ਦਾ ਵੀ ਕਾਫੀ ਉਹਦੇ ਵਿੱਚ being a doctor ਉਹਨਾਂ ਦਾ it is very close to his heart. He wants to work on that. Behavioral health, ਜਿਹੜੀਆਂ mental health issues and behavioral issues ਹੈ ਸਾਰੀਆਂ ਉਹਦੇ ਵਿੱਚ ਆਪਣੇ ਕੋਲ health care personnel ਬੜੇ ਘੱਟ ਹੈ. So he wants to expand that also. So we'll be providing advice on all these areas too. ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿਉਂਕਿ ਇੰਡੀਆਨਾ ਦੀ ਐਗਜ਼ਾਮਪਲ ਸਾਡੇ ਸਾਹਮਣੇ ਆ. ਸੀਮਾ ਵਰਮਾ ਵੀ ਕੁਛ ਇਸ ਤਰ੍ਹਾਂ ਦੇ ਹੀ ਪ੍ਰੋਗਰਾਮ ਲੈ ਕੇ ਆਏ ਸੀ ਜਿਹਦੇ ਵਿੱਚ ਜਦੋਂ ਮਾਈਕ ਪੈਂਸ ਗਵਰਨਰ ਸੀ ਅਤੇ ਸੀਮਾ ਵਰਮਾ ਦੇ ਜਿਹੜੇ ਆਈਡੀਆ ਸੀਗੇ ਉਹਨਾਂ ਨੇ ਉਸ ਸਟੇਟ ਦੇ ਵਿੱਚ ਇੰਪਲੀਮੈਂਟ ਕੀਤਾ ਔਰ ਉਹੀ ਆਈਡੀਆ ਜਿਹੜੇ ਨੇ ਜਦੋਂ ਮਾਈਕ ਪੈਂਸ ਵਾਈਸ ਪ੍ਰੈਜ਼ੀਡੈਂਟ ਬਣੇ ਉਹਨਾਂ ਨੇ ਸੀਮਾ ਵਰਮਾ ਦੇ ਆਈਡੀਆਜ਼ ਨੂੰ ਹੁਣ ਫੈਡਰਲ ਲੈਵਲ 'ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ. ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸੀਮਾ ਵਰਮਾ ਇੰਡੀਆਨਾ ਤੋਂ ਨੇ, ਭਾਵੇਂ ਭਾਰਤੀ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ, ਪਰ ਉਹਨਾਂ ਨੇ ਜਿਸ ਤਰ੍ਹਾਂ ਦਾ ਮਾਡਲ ਲਿਆਂਦਾ ਸੀ ਉਹ ਮਾਡਲ ਨੂੰ ਹੀ ਇੱਕ ਤਰ੍ਹਾਂ ਨਾਲ ਫੈਡਰਲ ਲੈਵਲ 'ਤੇ ਹੁਣ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਔਰ ਜਿਹੜੀਆਂ ਗੱਲਾਂ ਡਾਕਟਰ ਸੰਧੂ ਦੱਸ ਰਹੇ ਨੇ ਉਹਨਾਂ ਗੱਲਾਂ ਦੇ ਵਿੱਚ ਬਹੁਤ ਸਾਰੀ ਇਸ ਤਰ੍ਹਾਂ ਦੀ ਝਲਕ ਆ ਰਹੀ ਆ ਕਿ ਜੋ ਇਹਨਾਂ ਦੇ ਵਿਚਾਰ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸਟੇਟ ਲੈਵਲ 'ਤੇ ਜੇ ਹੈਲਪ ਕਰਦੇ ਨੇ ਅਤੇ ਉਹ ਐਡੀਸ਼ਨ ਕਰ ਪਾਉਣਗੇ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਫੈਡਰਲ ਲੈਵਲ 'ਤੇ ਵੀ ਜੇ ਉਹਦੇ ਵਿੱਚ ਕੋਈ ਲੋੜ ਪੈਂਦੀ ਆ, ਜਿਹੜਾ ਕਿ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਦੇ ਵਿੱਚ ਇਸ ਵੇਲੇ ਕਸ਼ਮਕਸ਼ ਦਾ ਵੀ ਇੱਕ ਵੱਡਾ ਕਾਰਨ ਬਣਿਆ ਹੋਇਆ. ਡਾਕਟਰ ਸਾਹਿਬ ਇੱਕ ਗੱਲ ਮੈਂ ਹੋਰ ਸਮਝਦਾ ਕਿ ਜਿਹੜਾ ਇਸ ਵੇਲੇ ਕਮਿਊਨਿਟੀ ਦੇ ਲੈਵਲ 'ਤੇ ਐਜੂਕੇਸ਼ਨ ਦੇ ਵਿੱਚ ਸਾਡੇ ਬੱਚੇ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਸਮਝਦੇ ਹੋ ਜੇ? ਕਿਉਂਕਿ ਵਰਜੀਨੀਆ ਸਟੇਟ ਖਾਸ ਕਰਕੇ ਰਿਚਮੰਡ ਦੇ ਵਿੱਚ ਜਿਹੜੇ ਸਕੂਲ ਨੇ ਸਕੂਲਾਂ ਦੇ ਵਿਦਿਨ ਸਕੂਲ ਨੇ ਕਿ ਤੁਸੀਂ ਪੋਲੀਟਿਕਸ ਜਾਣਾ ਅਤੇ ਫਿਰ ਫਲਾਣਾ ਸਕੂਲ ਹੈਗਾ, ਮੈਥ ਐਂਡ ਸਾਇੰਸ ਦੇ ਵਿੱਚ ਕਲੋਵਰ ਹਿਲ ਸਕੂਲ ਹੈਗਾ, ਮੈਡੀਕਲ ਦੇ ਵਿੱਚ ਜਾਣਾ ਹੈ ਫਿਰ ਹੋਰ ਏਰੀਆਜ਼ ਹੈਗੇ ਨੇ. ਤੁਸੀਂ ਕੀ ਸਮਝਦੇ ਹੋ ਕਿ ਸਾਨੂੰ ਆਪਣੀ ਕਮਿਊਨਿਟੀ ਨੂੰ ਕਿਸ ਤਰੀਕੇ ਨਾਲ ਅਸੀਂ ਦੱਸੀਏ ਕਿ ਨਾਟ ਨੈਸੈਸਰਲੀ ਤੁਸੀਂ ਆਪਣੇ ਬੱਚਿਆਂ ਨੂੰ ਡਾਕਟਰ ਹੀ ਬਣਾਉਣਾ ਹੈ, ਇੰਜੀਨੀਅਰ ਹੀ ਬਣਾਉਣਾ, ਜਿਵੇਂ ਤੁਸੀਂ ਪਹਿਲਾਂ ਗੱਲ ਦੱਸੀ ਸੀ, ਔਰ ਇਹਦੇ ਲਈ ਕਿਹੜੀਆਂ ਉਹ ਚੀਜ਼ਾਂ ਤੁਸੀਂ ਸਮਝਦੇ ਹੋ ਜਿਹੜੇ ਸਾਡੇ ਸੰਖੇਪ ਦੇ ਵਿੱਚ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਸਕੋ? ਬਹੁਤ ਵਧੀਆ ਕੁਐਸਚਨ ਹੈ ਜੀ ਇਹ. ਐਕਚੁਅਲੀ ਸਾਰੀ ਜਿਹੜੀ ਬੱਚਿਆਂ ਦੀ ਡਿਵੈਲਪਮੈਂਟ ਹੈ ਉਹ ਇਟ ਸਟਾਰਟਸ ਜਿਵੇਂ ਕਹਿੰਦੇ ਗ੍ਰਾਸ ਰੂਟਸ 'ਤੇ ਹੋ ਜਾਏ ਤਾਂ ਉਹਦੇ ਨਾਲ ਸਟਰੈਂਥ ਮਿਲਦੀ ਹੈ, ਉਹਨਾਂ ਦੀ ਸੋਚ ਉਵੇਂ ਡਿਵੈਲਪ ਹੁੰਦੀ ਹੈ ਅਤੇ ਜਿਵੇਂ ਬੱਚਿਆਂ ਨੂੰ ਬੱਚੇ ਬੜੇ ਮੋਲਡੇਬਲ ਹੁੰਦੇ ਆ, ਸਾਰਾ ਕੁਛ ਤੁਸੀਂ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰੋਗੇ ਤਾਂ ਉਵੇਂ ਉਹ ਸੋਚਣ ਲੱਗ ਪੈਣਗੇ. ਵਰਜੀਨੀਆ ਦੇ ਵਿੱਚ ਬੜੇ ਵਧੀਆ ਸਕੂਲਸ ਆ ਜੀ. ਵਰਜੀਨੀਆ ਐਕਚੁਅਲੀ ਹੈਜ਼ ਜਿਵੇਂ ਤੁਸੀਂ ਦੱਸਿਆ ਹੁਣੇ ਮੈਥ ਐਂਡ ਸਾਇੰਸ ਸੈਂਟਰ ਹੈਗੇ ਆ, ਜਿਹੜਾ ਗਵਰਨਰ ਸਕੂਲ ਹੈਗਾ ਇੰਟਰਨੈਸ਼ਨਲ ਸਟੱਡੀਜ਼ ਦਾ ਗਵਰਨਰ ਸਕੂਲ ਹੈ. ਮੇਰੀ ਬੇਟੀ ਉੱਥੇ ਜੂਨੀਅਰ ਹੈ ਜੀ, ਸੋ ਸ਼ੀ ਗੋਜ਼ ਟੂ ਦੈਟ ਸਕੂਲ, ਮੈਗੀ ਵਾਕਰ ਜਿਹੜਾ, ਸੋ ਉਹ ਇੰਟਰਨੈਸ਼ਨਲ ਸਟੱਡੀਜ਼ ਦੇ ਵਿੱਚ ਬੜਾ ਸਟਰੋਂਗ ਹੈ. TJ ਜਿਹੜਾ ਫੇਅਰਫੈਕਸ ਵਾਲਾ ਸਕੂਲ ਹੈ, ਵੀ ਹੈਵ ਵੈਰੀ ਗੁੱਡ ਸਕੂਲਸ ਇਨ ਵਰਜੀਨੀਆ. ਆਪਾਂ ਨੂੰ ਗੁਰੂ ਘਰਾਂ ਦੇ ਵਿੱਚ ਇੱਕ ਆਈ ਥਿੰਕ ਜਿਹੜੀਆਂ ਆਪਾਂ ਲੈਂਗੁਏਜ ਦੀਆਂ ਕਲਾਸਿਸ ਲਾਉਣੇ ਆ, ਪੰਜਾਬੀ ਦੀਆਂ ਕਲਾਸਿਸ ਲਾਉਣੇ ਆ, ਇੰਪੋਰਟੈਂਟ ਹੈ ਉਹ ਵੀ ਸਿਖਾਓ, ਗੁਰਬਾਣੀ ਸਿੱਖੀ ਅਤੇ ਆਪਣਾ ਕਲਚਰ ਸਿਖਾਓ, ਬਟ ਨਾਲ ਆਈ ਥਿੰਕ ਡਿਫਰੈਂਟ ਜਿਹੜੇ ਐਕਸਪਰਟਸ ਹੈਗੇ ਆ, ਡਿਫਰੈਂਟ ਪ੍ਰੋਫੈਸ਼ਨਲਸ ਹੈਗੇ ਆ, ਉਹ ਬੱਚਿਆਂ ਦੇ ਨਾਲ ਹਰ 2 ਤੋਂ 3 ਮਹੀਨੇ ਬਾਅਦ ਇੱਕ ਸੈਸ਼ਨ ਹੋਣਾ ਜ਼ਰੂਰੀ ਹੈ ਬੱਚਿਆਂ ਨੂੰ ਦੱਸਣ ਲਈ, ਜਾਂ ਉਹਨਾਂ ਨੂੰ ਨਾਲ ਸ਼ੈਡੋ ਕਰਨ ਬੱਚੇ ਦੇਖੋ ਕਿ ਐਕਸਪੋਜਰ ਕੀ ਉਹਨਾਂ ਨੂੰ ਐਕਸਪੋਜਰ ਮਿਲੂਗਾ ਕਿ ਇਹ ਪ੍ਰੋਫੈਸ਼ਨ ਦੇ ਵਿੱਚ ਕੀ ਇਨਵੋਲਵਡ ਹੈ, ਵਾਟ ਡਜ਼ ਇਟ ਟੇਕ ਟੂ ਬੀ ਅ ਲਾਇਰ. ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬੱਚਿਆਂ ਨੂੰ ਐਕਸਪੋਜਰ ਦੇਣਾ ਬੜਾ ਜ਼ਰੂਰੀ ਹੈ. ਐਂਡ ਵੀ ਕੈਨ ਪ੍ਰੋਵਾਈਡ ਇਟ. ਆਪਣੇ ਕਿੰਨੇ ਲੋਕ ਡਾਕਟਰਸ ਹੈ, ਆਪਣੇ ਕਿੰਨੇ ਲੋਕ ਪੋਲੀਟੀਸ਼ੀਅਨਸ ਹੈ, ਨਾਟ ਪੋਲੀਟੀਸ਼ੀਅਨ ਜਿਹੜੀ ਲਾਇਰਸ ਹੈਗੇ ਆ, ਕਿੰਨੇ ਲੋਕ IT 'ਚ ਹੈ. ਸੋ ਆਲ ਦੀਸ ਥਿੰਗਸ ਇਫ ਯੂ ਗਿਵ ਦ ਐਕਸਪੋਜਰ ਟੂ ਚਿਲਡਰਨ ਇਟ ਵਿਲ ਬੀ ਵੈਰੀ ਵੈਰੀ ਹੈਲਪਫੁਲ. ਕਿਹੜੇ ਉਹ ਪੁਆਇੰਟ ਨੇ ਜਿਹੜੇ ਤੁਹਾਡੇ ਜ਼ਿਹਨ 'ਚ ਨੇ ਜਿਨ੍ਹਾਂ ਨੂੰ ਲੈ ਕੇ ਸਾਡੀ ਕਮਿਊਨਿਟੀ ਓਵਰਆਲ ਜਾਂ ਭਾਰਤੀ ਭਾਈਚਾਰਾ ਹੋਰ ਅਗਲੇ ਵੱਡੇ ਅਤੇ ਸਟਰੋਂਗ ਕਦਮ ਪੁੱਟ ਸਕਦਾ? ਦੇਖੋ ਜੀ ਆਪਣੇ ਤਾਂ ਥਾਂ 'ਤੇ ਸਿੱਖੀ ਦੇ ਵਿੱਚ ਮਿਸਾਲਾਂ ਨੇ ਕਿ ਤੁਸੀਂ ਆਪਣੇ ਆਪ ਨੂੰ ਸੁਧਾਰ ਲਓ, ਸਹੀ ਕੰਮ ਕਰੋ, ਠੀਕ ਕੰਮ ਕਰੋ, ਲੋਕ ਤੁਹਾਨੂੰ ਆਸੇ ਪਾਸੇ ਦੇਖਦੇ ਆ. ਸੋ ਇਨ ਸ਼ਾਰਟ
ਬੀ ਅ ਗੁੱਡ ਰੋਲ ਮਾਡਲ। ਤੁਸੀਂ ਇੱਕ ਕਿਸੇ ਤਰ੍ਹਾਂ ਤੇ ਕਿਸੇ ਜਗ੍ਹਾ ਤੇ ਵੀ ਤੁਸੀਂ ਕੰਮ ਕਰਦੇ ਹੋ, ਤੁਹਾਡੀ ਆਊਟਲੁੱਕ ਵੱਖਰੀ ਹੈ, ਸਿੱਖ ਆਪਾਂ ਵੱਖਰੇ ਲੱਗਦੇ ਹੈ। ਸੋ ਤੁਸੀਂ ਕਦੇ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚੋ ਕਿ ਮੈਨੂੰ ਕੋਈ ਜਿਹੜਾ ਦੇਖਣ ਵਾਲਾ ਹੋਊਗਾ ਉਹ ਮੇਰੇ ਤੋਂ ਕੋਈ ਚੰਗਾ ਸੁਨੇਹਾ ਹੀ ਲੈ ਕੇ ਜਾਵੇ। ਇੱਕ ਹੋਰ ਸਵਾਲ, ਜਿਵੇਂ ਆਪਾਂ ਪੋਲਿਟਿਕਸ ਦੀ ਪਹਿਲਾਂ ਵੀ ਗੱਲ ਕੀਤੀ ਸੀ, ਜਿੱਥੋਂ ਆਪਾਂ ਸ਼ੁਰੂ ਕੀਤੀ ਸੀ, ਪੋਲਿਟਿਕਸ ਦੇ ਵਿੱਚ ਅਸੀਂ ਸਰਗਰਮ ਤੇ ਹੁੰਦੇ ਹਾਂ, ਪਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਬੈਲੈਂਸ ਨਹੀਂ ਬਣ ਪਾ ਰਿਹਾ? ਜ਼ਿਆਦਾ ਕਈ ਵਾਰੀ ਅਸੀਂ ਇੰਡੀਆ ਦੀ ਪੋਲਿਟਿਕਸ, ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੰਨੇ ਜ਼ਿਆਦਾ ਡੀਪਲੀ ਇਨਵੋਲਵ ਹੋ ਜਾਂਦੇ ਹਾਂ ਕਿ ਇੱਥੋਂ ਦੀ ਪੋਲਿਟਿਕਸ ਦੇ ਨਾਲ ਸਾਡੇ ਕੋਲੋਂ ਬੈਲੈਂਸ ਨਹੀਂ ਬਣ ਪਾ ਰਿਹਾ। ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ? ਜੇ ਨਹੀਂ ਤਾਂ ਫਿਰ ਕਿਵੇਂ ਬੈਲੈਂਸ ਕਰਨਾ ਚਾਹੀਦਾ ਸਾਨੂੰ? ਬਿਲਕੁਲ ਜੀ, ਆਈ ਥਿੰਕ ਇਟ ਇਜ਼ ਅ ਵੈਰੀ ਵੈਲਿਡ ਪੁਆਇੰਟ। ਅਸੀਂ ਤਾਂ ਹੁਣ ਮੈਂ ਪਹਿਲੀ ਜਨਰੇਸ਼ਨ ਹੈ ਜੀ ਇੱਥੇ ਅਮਰੀਕਾ ਦੇ ਵਿੱਚ, ਅਤੇ ਮੈਂ ਤਾਂ ਹਜੇ ਤੱਕ ਇੰਡੀਆ ਵਾਲੇ ਅਖਬਾਰ ਹੀ ਪੜ੍ਹਦਾ। ਸੋ ਪਹਿਲਾਂ ਜਦੋਂ ਨਿਊਜ਼ ਤੁਸੀਂ ਪੜ੍ਹਦੇ ਹੋ, ਸੋ ਸਾਡਾ ਦਿਲ ਤਾਂ ਉੱਥੇ ਹੀ ਹੈ। ਭਾਵੇਂ ਇੱਥੇ ਬੱਚੇ ਇੱਥੋਂ ਦੇ ਹੋ ਗਏ, ਇੱਥੇ ਗਰੋ ਅਪ ਹੋ ਰਹੇ ਹੈ, ਦੇ ਆਰ ਡੂਇੰਗ ਵੈਲ, ਸਾਰਾ ਕੁਛ ਠੀਕ ਹੈ। ਨਵਾਂ ਘਰ ਬਣ ਗਿਆ, ਨਵਾਂ ਘਰ ਸਾਨੂੰ ਬਹੁਤ ਵਧੀਆ ਟਰੀਟ ਵੀ ਕਰ ਰਿਹਾ ਹੈ, ਨੋ ਡਾਊਟ ਅਬਾਊਟ ਦੈਟ ਕਿ ਵੀ ਆਰ ਬੀਇੰਗ ਟਰੀਟਡ ਵੈਰੀ ਵੈਲ ਓਵਰ ਹੇਅਰ, ਬਟ ਸਾਡਾ ਦਿਲ ਉੱਥੇ ਹੈ। ਜਿਹੜੀ ਸੈਕਿੰਡ ਜਨਰੇਸ਼ਨ ਹੈ ਉਹਨਾਂ ਦੇ ਕੋਲੇ ਓਪਰਚੁਨਿਟੀ ਹੈਗੀ ਹੈ ਜਸਟ ਟੂ ਸਟਾਰਟ ਅ ਫਰੈਸ਼। ਸੋ ਦੇ ਹੈਵ ਅ ਕਲੀਨ ਸਲੇਟ, ਅਤੇ ਉਹਨਾਂ ਦਾ ਘਰ ਹੈ ਜੀ ਇਹ। ਉਹਨਾਂ ਦਾ ਆਪਾਂ ਮਾਂ ਭੂਮੀ ਕਹਿੰਦੇ ਹਾਂ, ਜਾਂ ਸਾਡਾ ਜਿਹੜਾ ਉਹ ਤਾਂ ਉਹਨਾਂ ਦਾ ਇਹੀ ਹੈ ਜੀ, ਕਿਉਂਕਿ ਇੱਥੇ ਜੰਮੇ ਪਲੇ ਆ ਉਹ। ਸੋ ਆਈ ਥਿੰਕ ਦੇ ਵਿਲ ਪ੍ਰੋਬਬਲੀ ਬੀ ਇਨ ਅ ਬੈਟਰ ਪੋਜੀਸ਼ਨ ਟੂ ਐਸਟੈਬਲਿਸ਼ ਦੈਮਸੈਲਵਸ। ਤੁਸੀਂ ਬਿਲਕੁਲ ਸਹੀ ਗੱਲ ਕਹੀ ਆ। ਸਾਡੇ ਵੀ ਇਹ ਪ੍ਰੋਗਰਾਮ USA ਮੁੱਦਾ ਜਾਂ ਹੋਰ ਇਸ ਤਰ੍ਹਾਂ ਦੇ ਪ੍ਰੋਗਰਾਮ ਲਿਆਉਣ ਦਾ ਮਤਲਬ ਇਹ ਆ ਕਿ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਜਿਹੜਾ ਗਲੋਬਲੀ ਭਾਈਚਾਰਾ ਹੈਗਾ ਉਹਨੂੰ ਰੂਬਰੂ ਕਰ ਸਕੀਏ। ਬਹੁਤ ਸਾਰੇ ਪ੍ਰੋਗਰਾਮ PTC ਤੋਂ ਤੁਸੀਂ ਦੇਖਦੇ ਹੋ ਕਿ ਉਹਨਾਂ ਦੇ ਵਿੱਚ ਜਿਹੜਾ ਵਾਇਸ ਆਫ ਪੰਜਾਬ ਜਾਂ ਉਹਨਾਂ ਦੇ ਵਿੱਚ ਹੋਰ ਸਾਰੇ ਪ੍ਰੋਗਰਾਮ ਨੇ, ਫਿਲਮਾਂ ਦੇ ਬਾਰੇ ਨੇ, ਉਹ ਕੋਸ਼ਿਸ਼ ਕਰਦੇ ਆ ਕਿ ਬੈਲੈਂਸ ਹੋਵੇ। ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਈ ਵਾਰੀ ਇੰਨੇ ਜ਼ਿਆਦਾ ਡੀਪਲੀ ਉਹਦੇ ਵਿੱਚ ਹੋ ਜਾਈਦਾ, ਕਿਤੇ ਨਾ ਕਿਤੇ ਬੈਲੈਂਸ ਨਹੀਂ ਬਣ ਪਾ ਰਿਹਾ। ਪਰ ਹੁਣ ਆਪਣੀ ਕਮਿਊਨਿਟੀ ਜਿਹੜੀ ਆ ਉਹ ਡੇ ਬਾਈ ਡੇ ਇੱਥੋਂ ਦੀ ਪੋਲਿਟਿਕਸ ਦੇ ਵਿੱਚ ਇਨਵੋਲਵ ਹੋ ਰਹੀ ਆ। ਜਾਂ ਕਈ ਵਾਰੀ ਕੀ ਹੈਗਾ, ਭਾਵੇਂ ਤੁਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਜ਼ਿਆਦਾ ਇਨਵੋਲਵ ਹੋ, ਪਰ ਤੁਹਾਡੀਆਂ ਜਿਹੜੀਆਂ ਨੋਮੀਨੇਸ਼ਨਸ ਹੋ ਗਈਆਂ ਨੇ, ਹੁਣ ਤੁਹਾਨੂੰ ਲੱਗਦਾ ਆ ਕਿ ਹੋਰ ਜ਼ਿੰਮੇਵਾਰੀ ਬਣ ਗਈ ਆ, ਤੁਸੀਂ ਉਹਨੂੰ ਡੀਪਲੀ ਕਮਿਊਨਿਟੀ ਨੂੰ ਨਾਲ ਲੈ ਕੇ ਚੱਲੋਗੇ। ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਜੇ, ਜਿਹੜੀ ਗੱਲ ਮੈਂ ਨਹੀਂ ਪੁੱਛੀ? ਹਾਲਾਂਕਿ ਆਪਣੇ ਦਰਸ਼ਕਾਂ ਨੂੰ ਹੀ ਦੱਸ ਦਈਏ, ਡਾਕਟਰ ਸਾਹਿਬ ਦੇ ਕੋਲ ਜਿੰਨਾ ਕੁ ਭੰਡਾਰ ਹੈ, ਜਿੰਨੇ ਕੁ ਮੇਰੇ ਕੋਲ ਸਵਾਲ ਨੇ, ਇਹ ਬਹੁਤ ਲੰਬੀ ਗੱਲ ਹੋ ਸਕਦੀ ਆ। ਪਰ ਡਾਕਟਰ ਸਾਹਿਬ ਦੀ ਵਿਦਵਤਾ, ਇਹਨਾਂ ਦੇ ਐਕਸਪੀਰੀਅੰਸ ਤੋਂ ਕੁਛ ਹੋਰ ਗੱਲਾਂ ਜਿਹੜੀਆਂ ਨੇ ਆਉਂਦੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ। ਸਮੇਂ ਦੀ ਘਾਟ ਹੋਣ ਕਰਕੇ ਅਸੀਂ ਡਾਕਟਰ ਸਾਹਿਬ ਨੂੰ ਇਹ ਬੇਨਤੀ ਕਰਾਂਗੇ ਕਿ ਤੁਸੀਂ ਆਪਣੇ ਤੌਰ 'ਤੇ ਜਿਹੜੀ ਚੀਜ਼ ਸਾਡੇ ਦਰਸ਼ਕਾਂ ਨੂੰ ਕਹਿਣੀ ਚਾਹੁੰਦੇ ਹੋ ਕਿ ਕਿਹੜੇ ਉਹ ਪੁਆਇੰਟ ਨੇ ਜਿਹੜੇ ਤੁਹਾਡੇ ਜ਼ਿਹਨ 'ਚ ਨੇ, ਜਿਨ੍ਹਾਂ ਨੂੰ ਲੈ ਕੇ ਸਾਡੀ ਕਮਿਊਨਿਟੀ ਓਵਰਆਲ ਜਾਂ ਭਾਰਤੀ ਭਾਈਚਾਰਾ ਹੋਰ ਅਗਲੇ ਵੱਡੇ ਤੇ ਸਟਰੋਂਗ ਕਦਮ ਪੁੱਟ ਸਕਦਾ? ਦੇਖੋ ਜੀ, ਆਪਣੇ ਤਾਂ ਥਾਂ ਤੇ ਸਿੱਖੀ ਦੇ ਵਿੱਚ ਮਿਸਾਲਾਂ ਨੇ ਕਿ ਤੁਸੀਂ ਆਪਣੇ ਆਪ ਨੂੰ ਸੁਧਾਰ ਲਓ, ਸਹੀ ਕੰਮ ਕਰੋ, ਠੀਕ ਕੰਮ ਕਰੋ, ਲੋਕੀ ਤੁਹਾਨੂੰ ਆਸੇ-ਪਾਸੇ ਦੇਖਦੇ ਆ। ਸੋ ਇਨ ਸ਼ਾਰਟ, ਬੀ ਅ ਗੁੱਡ ਰੋਲ ਮਾਡਲ। ਤੁਸੀਂ ਇੱਕ ਕਿਸੇ ਤਰ੍ਹਾਂ ਤੇ ਕਿਸੇ ਜਗ੍ਹਾ ਤੇ ਵੀ ਤੁਸੀਂ ਕੰਮ ਕਰਦੇ ਹੋ, ਤੁਹਾਡੀ ਆਊਟਲੁੱਕ ਵੱਖਰੀ ਹੈ, ਸਿੱਖ ਆਪਾਂ ਵੱਖਰੇ ਲੱਗਦੇ ਹੈ। ਸੋ ਤੁਸੀਂ ਕਦੇ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚੋ ਕਿ ਮੈਨੂੰ ਕੋਈ ਜਿਹੜਾ ਦੇਖਣ ਵਾਲਾ ਹੋਊਗਾ ਉਹ ਮੇਰੇ ਤੋਂ ਕੋਈ ਚੰਗਾ ਸੁਨੇਹਾ ਹੀ ਲੈ ਕੇ ਜਾਵੇ, ਉਹ ਮੇਰੇ ਤੋਂ ਕੁਛ ਸਿੱਖ ਕੇ ਹੀ ਜਾਵੇ। ਇਹ ਨਾ ਕਵੇ ਕਿ ਜਿਹੜਾ ਬੰਦਾ ਇਹ ਪੱਗ ਵਾਲਾ, ਦਸਤਾਰ ਵਾਲਾ ਬੰਦਾ ਸੀਗਾ ਜਾਂ ਪਟਕੇ ਵਾਲਾ ਬੱਚਾ ਸੀਗਾ, ਇਹਨਾਂ ਤੋਂ ਦੂਰ ਹੀ ਰਹੋ। ਸੋ try to be a role model, try to follow the very simple tenets of Sikhism and be a very, very strong role model for your community. ਆਪਣਾ ਕੰਮ ਸਹੀ ਕਰੋ, ਮਿਹਨਤ ਕਰੋ, ਅਤੇ that is and be proud of yourself. It is very, very important. ਜੇ ਤੁਸੀਂ ਆਪਣੇ ਆਪ 'ਚ ਤੁਹਾਨੂੰ ਪ੍ਰਾਈਡ ਹੈਗਾ, ਤੁਹਾਡਾ ਕੁਛ ਹੋਰ ਅੱਗੇ ਕਰਨ ਨੂੰ ਦਿਲ ਕਰੂਗਾ। ਐਂਡ ਦੈਨ ਆਲਵੇਜ਼ ਰਿਮੈਂਬਰ, ਤੁਸੀਂ ਇਕੱਲੇ ਆਪਦੇ ਵਾਸਤੇ ਨਹੀਂ ਬਣੇ, ਤੁਹਾਡੀ ਰਿਸਪੋਂਸੀਬਿਲਿਟੀ ਕਮਿਊਨਿਟੀ ਨੂੰ ਵੀ ਹੈ। ਸੋ ਕਿਉਂਕਿ ਆਪਣਾ ਛੋਟਾ ਜਿਹਾ ਇੱਕ ਹਿੱਸਾ ਹੈ ਸਿੱਖਾਂ ਦਾ ਇੱਥੇ, ਸੋ ਇਹਨੂੰ ਹੋਰ ਵਧਾਓ। ਐਂਡ ਅਗੇਨ ਬੀ ਅ ਗੁੱਡ ਰੋਲ ਮਾਡਲ, ਬੀ ਅ ਗੁੱਡ ਸਿੱਖ ਐਂਡ ਬੀ ਅ ਗੁੱਡ ਅਮੈਰੀਕਨ। ਸੋ ਧੰਨਵਾਦ ਸਾਹਿਬ, ਮੇਰੀ ਇੱਕ ਤੁਹਾਨੂੰ ਇਹ ਦਰਖਾਸਤ ਹੈ ਕਿ ਤੁਸੀਂ ਆਪਣੇ ਰਿਚਮੰਡ ਦੇ ਵਿੱਚ ਕਾਫੀ ਬਹੁਤ ਪੁਰਾਣੇ ਦੇ ਤੋਂ ਸਿੱਖ ਆਏ ਹੋਏ ਨੇ, 40 ਸਾਲ ਤੋਂ, ਅਤੇ ਉਹਨਾਂ ਦੀਆਂ ਬੜੀਆਂ ਵਧੀਆ ਕੰਟਰੀਬਿਊਸ਼ਨਸ ਹੈਗੀਆਂ, ਅਤੇ ਅਸੀਂ ਜਿਹੜੇ ਇੱਥੇ ਬਹੁਤ ਵਧੀਆ ਫਲਰਿਸ਼ ਕਰ ਰਹੇ ਹਾਂ ਉਹਨਾਂ ਦੀ ਬਦੌਲਤ ਹੈ।
ਸੋ ਹਰੇਕ ਬੰਦਾ ਆਪਣੀ ਮਿਹਨਤ ਕਰਦਾ, ਬਟ ਸਟਿਲ ਤੁਹਾਨੂੰ ਚੰਗੀ ਸੇਧ ਮਿਲ ਜੇ ਤੁਹਾਡੀ ਕਮਿਊਨਿਟੀ ਵੱਲੋਂ, ਤੁਹਾਡੇ ਵੱਡਿਆਂ ਵੱਲੋਂ। ਤੇ ਮੇਰੀ ਤੁਹਾਨੂੰ ਰਿਕੁਐਸਟ ਹੈ, ਇੱਕ ਵਾਰੀ ਤੁਸੀਂ ਆ ਕੇ ਸਾਡੇ ਗੁਰੂ ਘਰ ਜਾਂ ਸਾਡੇ ਹੋਰ ਜਿਹੜੇ ਪੁਰਾਣੇ ਇੱਥੇ ਸਿੱਖ ਇਸਟੈਬਲਿਸ਼ ਹੋਏ ਹੋਏ ਆ, ਜਿਨ੍ਹਾਂ ਨੇ ਗੁਰੂ ਘਰ ਇਸਟੈਬਲਿਸ਼ ਕੀਤਾ, ਤੁਸੀਂ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਮਿਲੋ, ਉਹਨਾਂ ਨੂੰ ਜ਼ਰੂਰ ਇੰਟਰਵਿਊ ਕਰੋ, ਤਾਂ ਕਿ ਪਤਾ ਲੱਗੇ ਸਾਰੇ ਕੰਟਰੀ ਦੇ ਵਿੱਚ ਕਿ ਇੰਨੇ ਸੈਲਫਲੈਸਲੀ ਸਾਰਾ ਕੁਛ, ਸਾਰੀ ਸੇਵਾ ਵੀ ਕਰਤੀ, ਇੰਨੀ ਮਿਹਨਤ ਵੀ ਕੀਤੀ ਉਸ ਸਟੇਟ ਦੇ ਵਿੱਚ, ਵਿਚ ਵਾਜ਼ ਅ ਵੈਰੀ ਸਟਰੋਂਗ ਕਨਫੈਡਰੇਟ ਸਟੇਟ। ਸੋ 40 ਸਾਲ ਪਹਿਲਾਂ ਤੇ ਉਹਨਾਂ ਨੂੰ ਉਹਨਾਂ ਦੇ ਬਹੁਤ ਮਿਹਨਤ ਆ ਉਹਨਾਂ ਦੀ, ਜਿਹੜੀ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੁਝ ਸੌਖਾ ਕਰਤਾ। ਸੋ ਮਾਈ ਹੰਬਲ ਰਿਕੁਐਸਟ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਇੰਟਰਵਿਊ ਕਰੋ ਸਾਰਿਆਂ ਨੂੰ, ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਆਪਣੇ ਸਿਰੜੀ ਪੰਜਾਬੀ ਵੀ ਬੈਠੇ ਆ ਬਹੁਤ ਚਿਰ ਤੋਂ, ਤੇ ਸਿਰੜੀ ਸਿੱਖ ਬੈਠੇ ਆ। ਬਿਲਕੁਲ ਡਾਕਟਰ ਸਾਹਿਬ, ਅਸੀਂ ਤੁਹਾਨੂੰ ਆਪਣੀ ਮੈਨੇਜਮੈਂਟ ਵੱਲੋਂ, ਆਪਣੀ ਪੂਰੇ ਚੈਨਲ ਵੱਲੋਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਹੜੀਆਂ ਪ੍ਰਾਪਤੀਆਂ ਨੇ, ਸਾਡਾ ਪ੍ਰੋਗਰਾਮ ਦਾ ਇਹ ਮਕਸਦ ਹੀ ਆ ਕਿ ਅਸੀਂ ਉਹਨਾਂ ਲੋਕਾਂ ਨੂੰ, ਉਹਨਾਂ ਇਸ਼ੂਜ਼ ਨੂੰ ਲੈ ਕੇ ਆਈਏ। ਔਰ ਖਾਸ ਕਰਕੇ ਮੈਂ ਜਿਵੇਂ ਸ਼ੁਰੂ ਦੇ ਵਿੱਚ ਵੀ ਦੱਸਿਆ ਸੀ ਕਿ ਰਿਚਮੰਡ ਏਰੀਆ ਜਿਹੜਾ ਆ ਕਈਆਂ ਚੀਜ਼ਾਂ ਦੇ ਵਿੱਚ ਆਪਣੀ ਗੱਲ ਕਹਿਣ ਦੇ ਵਿੱਚ ਪਛੜਿਆ। ਬਹੁਤ ਸਾਰੇ ਤੁਸੀਂ ਰੋਲ ਮਾਡਲ ਹੋ, ਬਹੁਤ ਸਾਰੇ ਤੁਹਾਡੇ ਕੰਮ ਇੱਥੇ ਰੋਲ ਮਾਡਲ ਨੇ, ਔਰ ਇਹ ਚੀਜ਼ਾਂ ਅਸੀਂ ਡੈਫੀਨੇਟਲੀ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਫਿਰ ਦੁਬਾਰਾ ਤੁਹਾਡੇ ਕੋਲ ਆ ਕੇ ਤੇ ਇਹਨਾਂ ਨੂੰ ਲੈ ਕੇ ਆਵਾਂਗੇ। ਤੁਹਾਡਾ ਟਾਈਮ ਦੇਣ ਲਈ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਦੇ ਜ਼ਰੂਰੀ ਰੁਝੇਵਿਆਂ ਦੇ ਵਿੱਚੋਂ ਕੁਝ ਸਮਾਂ ਅਸੀਂ ਲਿਆ ਹੈ, ਜਿਹਦੇ ਲਈ ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਵੀ ਹਾਂ। ਪਰ ਜਿਹੜੇ ਅੱਜ ਸਵਾਲ ਉਠਾਏ ਨੇ, ਉਹਨਾਂ ਦੇ ਹੱਲ ਹਰ ਉਸ ਦਰਸ਼ਕ ਦਾ ਫਰਜ਼ ਬਣਦਾ ਹੈ ਜਿਹੜਾ ਇਸ ਪ੍ਰੋਗਰਾਮ ਨੂੰ ਵੇਖ ਰਿਹਾ ਹੈ, ਔਰ ਤੁਸੀਂ ਆਪਣੇ ਸੁਝਾਅ ਵੀ ਸਾਨੂੰ ਦੇ ਸਕਦੇ ਹੋ, ਤਾਂ ਕਿ ਅਸੀਂ ਅਜਿਹੇ ਮੁੱਦੇ ਲੈ ਕੇ ਆਈਏ ਜਿਨ੍ਹਾਂ ਦੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਸਕਣ। ਫਿਲਹਾਲ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਦੇ ਹਾਂ, ਫਿਰ ਅਗਲਾ ਪ੍ਰੋਗਰਾਮ ਲੈ ਕੇ ਤੁਹਾਡੇ ਹਾਜ਼ਰ ਹੋਵਾਂਗੇ। ਤੁਹਾਡਾ PTC ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ।